ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਕਲਾਕਾਰਾਂ ਦਾ ਰਿਹਾ। ਜਸ ਬਾਜਵਾ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਇਸ ਅੰਦੋਲਨ ਦੇ ਵਿੱਚ ਨੇ। ਪੰਜਾਬ ਦੇ ਵਿੱਚ ਵੀ ਸੰਘਰਸ਼ ਕੀਤਾ, ਲੰਬਾ ਸੰਘਰਸ਼ ਚੱਲ ਰਿਹਾ ਹੈ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਘਰਸ਼ ਦੀ ਕੀ ਰੂਪ ਰੇਖਾ ਰਹੇਗੀ, ਕਿਉਂਕਿ ਇੱਕ ਕਲਾਕਾਰ ਦੀਪ ਸਿੱਧੂ ਨੇ ਤਾਂ ਇੱਕ ਬਿਆਨ ਦਿੱਤਾ ਸੀ ਕਿ ਜੇਕਰ ਸੋਧ ਕਰਦੇ ਨੇ ਤਾਂ ਸਾਨੂੰ ਸੋਧ ਕਰ ਲੈਣੀ ਚਾਹੀਦੀ ਹੈ, ਪਰ ਉਸ ਤੋਂ ਅਗਲੇ ਦਿਨ ਉਹਨਾਂ ਨੇ ਕਿਹਾ ਕਿ ਨਹੀਂ ਠੀਕ ਹੈ, ਸੰਗਤ ਦੇ ਨਾਲ ਆ, ਜਿੱਦਾਂ ਸੰਗਤ ਕਹੂਗੀ ਉਸੇ ਤਰੀਕੇ ਨਾਲ ਹੀ ਅਸੀਂ ਇਸ ਅੰਦੋਲਨ ਦੇ ਵਿੱਚ ਰਹਾਂਗੇ। ਪਰ ਜਸ ਬਾਜਵਾ ਕੀ ਸੋਚਦੇ ਨੇ ਇਸ ਬਾਰੇ, ਕਿਉਂਕਿ ਅੰਦੋਲਨ ਲੰਬਾ ਚੱਲ ਰਿਹਾ ਹੈ, ਜੇ ਲੰਬਾ ਚੱਲਦਾ ਹੈ ਤਾਂ ਇਸ ਦੀ ਰੂਪ ਰੇਖਾ ਕੀ ਰਹੇਗੀ? ਬਾਜਵਾ ਸਾਹਿਬ, ਦੀਪ ਸਿੱਧੂ ਦੇ ਬਿਆਨਾਂ ਨਾਲ ਸਹਿਮਤ ਹੋ ਤੁਸੀਂ? ਨਹੀਂ, ਮੈਂ ਨਹੀਂ। ਮੇਰੇ ਬਾਰੇ ਲੋਕ ਜਦੋਂ ਕਮੈਂਟ ਬਹੁਤ ਕਰਦੇ ਆ ਥੱਲੇ ਵੀ ਬਾਈ ਨੂੰ ਦੀਪ ਸਿੱਧੂ ਤੋਂ ਬੜੀ ਪ੍ਰੋਬਲਮ ਹੈ, ਇਹਨੂੰ ਪਤਾ ਨਹੀਂ ਕਿਉਂ। ਪਤਾ ਨਹੀਂ ਉਹ ਕੌਣ ਲੋਕ ਨੇ, ਹੋ ਸਕਦਾ ਉਹ ਕੋਈ ਆਈਟੀ ਸੈੱਲ ਹੋਵੇ, ਮੈਨੂੰ ਨਹੀਂ ਪਤਾ। ਪਰ ਜਿਹੜਾ ਜਦੋਂ ਸਾਡੇ ਬਜ਼ੁਰਗ ਡਟੇ ਹੋਏ ਨੇ, ਕੋਈ ਵੀ ਇੱਥੇ ਗੱਲ ਢੈਂਦੀ ਗੱਲ ਵਾਲੀ ਨਾ ਹੋਵੇ, ਇੱਥੇ ਗੱਲ ਹੋਵੇ ਚੜ੍ਹਦੀ ਕਲਾ ਵਾਲੀ ਹੋਵੇ। ਅਸੀਂ ਪੰਜਾਬ ਤੋਂ ਦਿੱਲੀ ਜਿੱਤਣ ਲਈ ਆਏ ਆ, ਅਸੀਂ ਇੱਥੇ ਸੋਧ ਕਰਾਉਣ ਨਹੀਂ ਆਏ। ਸੋ ਬਾਈ ਤਾਂ ਲਗਾਤਾਰ ਪ੍ਰਚਾਰ ਕਰ ਰਿਹਾ ਸੀ ਪੰਜਾਬ 'ਚ ਵੀ ਅਸੀਂ ਰਾਇਤਾਂ ਦੀ ਨਹੀਂ, ਸੋਧਾਂ ਦੀ ਗੱਲ ਨਹੀਂ ਕਰਨੀ, ਅਸੀਂ ਰਾਇਤਾਂ ਦੀ ਗੱਲ ਨਹੀਂ ਕਰਨੀ। ਸੋ ਅੱਜ ਉਹਦੇ ਮੂੰਹੋਂ ਇਹ ਗੱਲ ਮੈਨੂੰ ਨਹੀਂ ਲੱਗਿਆ ਵੀ ਉਹਨੂੰ ਕਰਨੀ ਚਾਹੀਦੀ ਸੀ। ਪਰ ਵੱਡੀ ਗੱਲ ਖੁਸ਼ੀ ਦੀ ਇਹ ਹੋਈ ਵੀ ਬਾਈ ਨੇ ਦੂਜੇ ਦਿਨ ਕਹਿਤਾ ਵੀ ਹਾਂ ਜਿਵੇਂ ਸੰਗਤ ਹੈ, ਮੰਨ ਲਿਆ ਵੀ ਗਲਤੀ ਇਨਸਾਨ ਤੋਂ ਹੋ ਜਾਂਦੀ ਹੈ। ਸੋ ਇਹਨੂੰ ਆਪਾਂ ਉਸ ਲੈਵਲ ਤੇ ਮੁੱਦਾ ਨਾ ਬਣਾਈਏ। ਉਹਨੇ ਮੰਨ ਲਿਆ, ਸੋ ਹੁਣ ਅਸੀਂ ਰਲ ਕੇ ਜਥੇਬੰਦੀਆਂ ਦੇ ਨਾਲ ਰਲ ਕੇ, ਉਹ ਵੀ ਸੰਘਰਸ਼ 'ਚ ਸਾਡੇ ਨਾਲ ਜਥੇਬੰਦੀਆਂ ਦੇ ਨਾਲ ਰਲ ਕੇ ਸੰਘਰਸ਼ ਲੜ ਰਿਹਾ। ਸੋ ਅਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਾ ਕੇ ਹੀ ਜਾਵਾਂਗੇ, ਇਹਨਾਂ 'ਚੋਂ ਕੋਈ ਸੋਧਾ ਨਹੀਂ ਕਰਾਵਾਂਗੇ। ਕੀ ਸੋਚ ਕੇ ਉਹਨਾਂ ਨੇ ਬਿਆਨ ਦਿੱਤਾ ਹੋਊਗਾ ਇਹ ਵਾਲਾ? ਉਹ ਉਹਨਾਂ ਨੂੰ ਪਤਾ ਹੋਊਗਾ ਬਾਈ, ਉਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ। ਉਹ ਸਵਾਲ ਤੁਸੀਂ ਉਹਨਾਂ ਨੂੰ ਪੁੱਛਿਓ। ਪਰ ਅਸੀਂ ਇੱਥੇ ਨਿਰੰਤਰ ਡਟੇ ਹੋਏ ਆ, ਪੰਜਾਬ ਪੂਰਾ ਇੱਥੇ ਡਟਿਆ ਹੋਇਆ। ਅਸੀਂ ਇਹਨਾਂ ਬਿੱਲਾਂ ਨੂੰ ਰੱਦ ਕਰਾ ਕੇ ਹੀ ਜਾਵਾਂਗੇ। ਜੇ ਸੋਧਾਂ ਹੀ ਕਰਾਉਣੀਆਂ ਹੁੰਦੀਆਂ ਫਿਰ ਤਾਂ ਪੰਜਾਬ 'ਚ ਵੀ ਹੁੰਦੀਆਂ ਸੀ ਸਾਡੀਆਂ, ਫਿਰ ਤਾਂ ਸਾਨੂੰ ਇੱਥੇ ਬਿਆਨ ਨਹੀਂ ਸੀ ਦੇਣਾ ਚਾਹੀਦਾ ਇਸ ਮਾਹੌਲ ਦੇ ਵਿੱਚ। ਹਾਂ, ਲੱਗਦਾ, ਮੈਨੂੰ ਲੱਗਦਾ, ਕਿਉਂਕਿ ਲੋਕਾਂ ਦਾ ਜਿਹੜਾ ਮਨੋਬਲ ਹੈ ਇਹਦੇ ਨਾਲ ਉਹ ਟੁੱਟਦਾ ਥੋੜਾ ਜਿਹਾ ਨਾ। ਜਿਵੇਂ ਨੌਜਵਾਨ, ਮੈਂ ਇੱਕ ਦਿਨ ਸਵੇਰੇ ਬੈਠਾ ਜਦੋਂ ਬਿਆਨ ਆਏ ਤਾਂ ਬਹੁਤ ਸਾਰੇ ਕਿਸਾਨਾਂ ਨੇ ਸਾਡੇ ਮਾਈਕ ਹੱਥ 'ਚ ਦੇਖ ਕੇ ਕਿਹਾ ਕਿ ਯਾਰ ਦੀਪ ਸਿੱਧੂ ਨੂੰ ਕੀ ਹੋ ਗਿਆ, ਇਹ ਕਿਉਂ ਕਹਿ ਗਿਆ, ਇਦਾਂ ਕਿਉਂ ਹੋ ਗਿਆ। ਤਾਂ ਉਹ ਥੋੜਾ ਮਨੋਬਲ ਤਾਂ ਡਿੱਗਦਾ ਹੀ ਹੈ। ਜਿਹੜੇ ਨੌਜਵਾਨ ਇੱਥੇ ਜਦੋਂ ਮੈਂ ਆਉਣਾ, ਜਦੋਂ ਮੈਂ ਕਾਰ 'ਚ ਹੀ ਬੈਠਾ ਹੁੰਦਾ ਐ ਕਰਨ ਲੱਗ ਜਾਂਦੇ ਬਾਈ ਆ ਗਿਆ, ਜੱਸਾ ਆ ਗਿਆ, ਜੱਸਾ। ਇੱਕ ਉਹਨਾਂ ਨੂੰ ਨਾ ਉਤਸ਼ਾਹ, ਖੁਸ਼ੀ ਮਿਲਦੀ ਆ ਵੀ ਜੋਸ਼ ਆਉਂਦਾ ਵੀ ਹਾਂ ਯਾਰ ਸਾਡੇ ਭਰਾ, ਅੱਜ ਸਾਰਾ ਪੰਜਾਬ ਇੱਕ ਹੋਇਆ ਹੋਇਆ। ਨਾ ਕੋਈ ਐਕਟਰ ਹੈ, ਨਾ ਕੋਈ ਕਲਾਕਾਰ ਹੈ, ਨਾ ਕੋਈ ਵਕੀਲ ਹੈ, ਨਾ ਕੋਈ ਬੁੱਧੀਜੀਵੀ ਹੈ। ਇੱਕ ਖੂਬਸੂਰਤ ਤਸਵੀਰ ਹੈ ਪੰਜਾਬ ਦੀ ਇਹ। ਜੇ ਮੈਂ ਆ ਕੇ, ਜੇ ਜੱਸਾ ਆ ਕੇ ਇੱਥੇ ਕਹਿ ਦੇਵੇ ਵੀ ਬਾਈ ਉਰੇ ਤਾਂ ਖਤਰਾ ਹੈ, ਉਰੇ ਤਾਂ ਗੋਲੀਆਂ ਦਾ ਖਤਰਾ ਹੈ, ਸਾਡਾ ਤਾਂ ਇਤਿਹਾਸ ਹੀ ਗੋਲੀਆਂ ਚੋਂ ਨਿਕਲਿਆ, ਕੁਰਬਾਨੀਆਂ ਚੋਂ ਨਿਕਲਿਆ। ਸੋ ਮੈਨੂੰ ਲੱਗਦਾ ਇਹ ਢੈਂਦੀ ਗੱਲ ਵਾਲੀ ਗੱਲ ਹੋ ਜੂ। ਫਿਰ ਮੈਨੂੰ ਆਪਦੇ ਘਰੇ ਹੀ ਰਹਿਣਾ ਚਾਹੀਦਾ, ਫਿਰ ਮੈਨੂੰ ਇਸ ਸੰਘਰਸ਼ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਜੇ ਮੈਨੂੰ ਗੋਲੀਆਂ ਤੋਂ ਡਰ ਲੱਗਦਾ, ਅੱਬਲਾਂ ਦਾ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਵੀ ਗੋਲੀਆਂ ਵਾਲਾ ਮਾਹੌਲ ਨਾ ਬਣੇ। ਪਰ ਜੇ ਬਣੇ ਤਾਂ ਉਹ ਦਿਨ ਐਸਾ ਮਹਾਰਾਜ ਕਿਰਪਾ ਕਰਨ ਵੀ ਮੈਂ ਇੱਥੇ ਜ਼ਰੂਰ ਹੋਵਾਂ, ਤਾਂ ਪਹਿਲਾਂ ਉੱਥੇ ਮੂਹਰੇ ਮੈਂ ਖੜਾ ਹੋਵਾਂ ਆਪਣੇ ਬਜ਼ੁਰਗਾਂ ਤੋਂ। ਮੇਰੀ ਇਹ ਸੋਚ ਹੈ ਪਰਸਨਲ ਤੌਰ ਤੇ, ਮੈਨੂੰ ਨਹੀਂ ਪਤਾ ਬਾਕੀ ਕੀ ਸੋਚਦੇ ਨੇ। ਸਾਡੀ ਕੌਮ ਹੈ ਜਿਹੜੀ ਉਹ ਨਾ ਗੋਲੀਆਂ ਤੋਂ, ਤੀਰਾਂ ਤਲਵਾਰਾਂ ਤੋਂ ਨਹੀਂ ਡਰਦੀ। ਅਸੀਂ ਤਾਂ ਲੋਕਾਂ ਪਿੱਛੇ ਕੁਰਬਾਨੀਆਂ ਦਿੰਦੇ ਆ। ਇਹ ਤਾਂ ਫਿਰ ਸਾਡੇ ਆਪ ਦੀ ਘਰ ਦੀ ਲੜਾਈ ਹੈ। ਸੋ ਲਗਾਤਾਰ ਡਟੇ ਹੋਏ ਆ, ਡਟੇ ਰਹਾਂਗੇ। ਕੋਈ ਵੀ ਢੈਂਦੀ ਗੱਲ ਵਾਲੀ ਗੱਲ ਦੀਪ ਨਹੀਂ, ਦੀਪ ਸਾਡਾ ਭਰਾ ਹੈ, ਸਾਡਾ ਬਾਈ ਆ, ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ। ਲੰਬਾ ਚੱਲ ਰਿਹਾ ਸੰਘਰਸ਼, ਲੱਗਦਾ ਕਿ ਲੰਬਾ ਚੱਲਣ ਦੇ ਨਾਲ ਨੁਕਸਾਨ ਹੋਊਗਾ ਜਾਂ ਫਾਇਦਾ ਹੋਊਗਾ? ਦੇਖੋ, ਲੰਬੇ ਨਾਲ ਵੀਰੇ ਦੋ ਹੀ ਪੱਖ ਨੇ। ਨੁਕਸਾਨ ਸਾਡਾ ਪ੍ਰੈਕਟੀਕਲੀ ਨੁਕਸਾਨ ਹੋ ਰਿਹਾ। ਪਿੱਛੇ ਠੇਕੇ ਤੇ ਜ਼ਮੀਨਾਂ ਲਈਆਂ ਨੇ, ਪੈਸਾ ਹੀ ਦੇਖੋ ਸਰਕਲ ਘਮਾਉਂਦਾ ਸਾਰਾ। ਪਿੱਛੇ ਕਰੋਨਾ ਨੇ ਸਾਨੂੰ ਤੋੜਿਆ ਬਹੁਤ ਜ਼ਿਆਦਾ, ਹੈ ਨਾ। ਸਾਰਿਆਂ ਦੇ ਕੰਮਕਾਰ ਛੱਡੀ ਬੈਠੇ ਆ। 11 ਬੰਦੇ ਸਾਡੇ ਸ਼ਹੀਦ ਹੋ ਗਏ, ਉਹ ਵੀ ਕਿਸੇ ਖਾਤੇ ਨਹੀਂ ਪਾਏ ਗਵਰਨਮੈਂਟ ਦੇ। ਮਰਡਰ ਹੈ ਉਹ, ਸੈਂਟਰ ਸਰਕਾਰ ਵੱਲੋਂ ਕੀਤਾ ਗਿਆ। ਕੰਮਕਾਰ ਛੁੱਟੇ ਹੋਏ ਆ, ਹੱਲ ਹੋਵੇ। ਠੰਡ ਹੈ, ਬਜ਼ੁਰਗ ਨੇ, ਕੰਮਕਾਰ ਰੁਕੇ ਹੋਏ ਆ। ਜਿੰਨਾ ਲੰਬਾ ਜਾ ਰਿਹਾ ਉਨੀ ਗਵਰਨਮੈਂਟ ਦੀ ਜਿਹੜੀ ਨਾਕਾਮੀਅਤ ਹੈ, ਜਿਹੜੀ ਉਹ ਤਸਵੀਰ ਹੈ, ਉਹ ਲੋਕਾਂ ਸਾਹਮਣੇ ਵੀ ਆ ਰਹੀ ਹੈ। ਦੋ ਹੀ ਪੱਖ ਨੇ, ਨੁਕਸਾਨ ਵੀ ਹੈ, ਫਾਇਦਾ ਵੀ ਹੈ। ਸੋ ਮੈਨੂੰ ਲੱਗਦਾ ਜੇ ਹੋਰ ਲੰਬਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਜੇ ਸਰਕਾਰ ਦਾ ਇਹੀ ਰਵੱਈਆ ਰਿਹਾ, ਇਹੀ ਕੱਟੜਪੰਥੀ ਸਰਕਾਰ ਰਹੀ, ਤਾਂ ਸਰਕਾਰ ਮੇਰੇ ਹਿਸਾਬ ਨਾਲ ਗਿਰ ਵੀ ਸਕਦੀ ਆ। ਆਉਣ ਵਾਲੇ ਦਿਨਾਂ 'ਚ ਜੇ ਸਰਕਾਰ ਦੇ ਵਿੱਚ ਹਲਚਲ ਹੋਣੀ ਸ਼ੁਰੂ ਹੋ ਗਈ, ਜਿਵੇਂ ਸਵਾਮੀ ਕਿਹੜਾ ਹੈ ਉਹ ਸੁਪਰਾਮਣੀਅਮ, ਉਹਦਾ ਬਿਆਨ ਆ ਗਿਆ ਵੀ ਸਾਡੀ ਸਰਕਾਰ ਦੇ ਵਿੱਚ ਤੇਲ ਤੇ ਉਹਨਾਂ ਨੇ ਬਿਆਨ ਦਿੱਤਾ ਵੀ ਲੋਕਾਂ ਨੂੰ ਲੁੱਟ ਹੀ ਰਹੀ ਹੈ। ਸੋ ਇਦਾਂ ਮੈਨੂੰ ਲੱਗਦਾ ਵੀ ਜਿਹੜੇ ਜਾਗਦੀ ਜ਼ਮੀਰ ਵਾਲੇ ਲੋਕ ਬੀਜੇਪੀ ਦੀ ਸਰਕਾਰ 'ਚ ਨੇ, ਉਹ ਵੀ ਬੋਲਣਾ ਸ਼ੁਰੂ ਕਰ ਦੇਣਗੇ। ਜੈਣੀ ਸਾਹਿਬ ਦਾ ਬਿਆਨ ਆਇਆ ਪੰਜਾਬ ਤੋਂ ਵੀ ਕਿਸਾਨਾਂ ਨਾਲ ਧੱਕਾ ਹੋ ਰਿਹਾ। ਤੋਮਰ ਸਾਹਿਬ ਖੁਦ ਮੰਨੇ ਆ ਵੀ 9 ਪੁਆਇੰਟ ਨੇ ਜਿਹੜੇ ਕਿਸਾਨਾਂ ਦੇ ਹੱਕ 'ਚ ਨਹੀਂ, ਅਮੈਂਡਮੈਂਟ ਲਈ ਵੀ ਤਾਂ ਹੀ ਮੰਨੇ ਆ ਨਾ ਜੇ ਉਹ ਗਲਤ ਨੇ। ਸੋ ਮੈਨੂੰ ਲੱਗਦਾ ਗੁਰੂ ਮਹਾਰਾਜ ਕੋਈ ਐਸੀ
ਇੱਥੇ ਕਿਰਿਆ ਵਰਤਾ ਦੇਣਗੇ ਵੀ ਕੋਈ ਇੱਕ ਅੱਧਾ ਬਿਆਨ ਉਹਨਾਂ ਚੋਂ ਹੀ ਉਹਨਾਂ ਦਾ ਮੰਤਰੀ ਦੇ ਦੂਗਾ ਤਾਂ ਸਰਕਾਰ 'ਚ ਹਲਚਲ ਪੈਦਾ ਹੋ ਜਾਊਗੀ। ਜਿੰਨਾ ਲੰਬਾ ਜਾਊਗਾ ਹੋਊਗਾ ਇਦਾਂ ਹੀ ਬਖਲਾਹਟ ਦੇ ਵਿੱਚ ਉਹ ਦੇਣਗੇ ਜ਼ਰੂਰ। ਬਾਜਵਾ ਸਾਹਿਬ ਦੂਜਾ ਪੱਖ ਦੇਖੀਏ ਤਾਂ ਜਿਹੜੀਆਂ ਖਾਮੀਆਂ ਸੀਗੀਆਂ ਇਹਨਾਂ ਨੇ ਲਿਖ ਕੇ ਦਿੱਤੀਆਂ, ਉਹਨਾਂ ਨੇ ਸੋਧ ਕਰਤੀ। ਉਹ ਕਹਿੰਦੇ ਆ ਜੇ ਹੋਰ 2-4 ਗੱਲਾਂ ਹੈਗੀਆਂ ਨੇ ਲਿਆਓ ਦੱਸੋ, ਉਹਦੇ ਉੱਤੇ ਵੀ ਵਿਚਾਰ ਕਰ ਲੈਂਦੇ ਆ। ਤਾਂ ਕੀ ਲੱਗਦਾ ਨਹੀਂ ਕਿ ਇਸ ਫਿਰ ਸੋਧ ਕਰ ਲੈਣੀ ਚਾਹੀਦੀ? ਵੀਰੇ ਉਹ ਇਕੱਲੇ ਪੰਜਾਬ ਦੀ ਗੱਲ ਕਰ ਰਹੇ ਆ, ਜਿਹੜੀ ਜਿੰਨੀਆਂ ਸੋਧ ਕੀਤੀਆਂ ਨੇ 9 ਪੁਆਇੰਟ ਮੰਨੇ ਵੀ ਆ। ਕਾਨੂੰਨ ਦੀ ਗੱਲ ਕਰ ਰਹੇ, ਕਾਨੂੰਨ ਦੇ ਵਿੱਚ ਸੋਧ ਕਰਨ ਦੀ ਕਹਿ ਰਹੇ, ਇਕੱਲਾ ਪੰਜਾਬ ਨਹੀਂ ਉਹਦੇ ਵਿੱਚ ਆ ਰਿਹਾ। ਮੈਨੂੰ ਸੁਣਨ ਚ ਆਈ ਸੀ, ਮੇਰੀ ਕਿਸੇ ਜਥੇਬੰਦੀ ਦੇ ਮੈਂਬਰ ਨਾਲ ਗੱਲ ਹੋਈ ਸੀ, ਉਹ ਕਹਿੰਦੇ ਵੀ ਪੰਜਾਬ ਤੇ ਹਰਿਆਣਾ, ਪੰਜਾਬ ਦਾ ਵੀ ਕਰ ਦਿੰਦੇ ਆ, ਹਰਿਆਣੇ ਦਾ ਵੀ ਕਰ ਦਿੰਦੇ ਆ। ਉਦੋਂ ਬਿਨਾ ਇਹ ਬੰਦੇ ਇਹ ਕਹਿ ਰਹੇ ਆ ਵੀ ਇਹ ਆਲੇ ਦੁਆਲੇ ਵਾਲੀਆਂ ਸਟੇਟਾਂ ਵੀ ਸਾਨੂੰ ਦੇਖ ਕੇ ਆਈਆਂ ਨੇ। ਪਰ ਮੈਨੂੰ ਇਹ ਲੱਗਦਾ ਵੀ ਜੇ ਉਹ ਜਿਵੇਂ 9 ਪੁਆਇੰਟ ਤਾਂ ਉਹ ਮੰਨੀ ਆ ਵੀ 2-4 ਗੱਲਾਂ ਹੋਰ ਨੇ। ਹੁਣ ਜੇ ਤਾਂ ਉਹ ਲਿਖਤੀ ਰੂਪ ਚ ਬਿੱਲ ਬਣਾ ਕੇ ਇੱਕ ਪਾਸ ਕਰਕੇ ਦੇ ਦੇਣ, ਸੰਸਦ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਪਾਸ ਕਰ ਦੇਣ, ਪੰਜਾਬ ਦੀ ਨੇ ਤਾਂ ਮਤਾ ਪਾਤਾ ਵੀ ਅਸੀਂ ਇਹਨਾਂ ਕਾਨੂੰਨਾਂ ਨੂੰ ਮੰਨਦੇ ਹੀ ਨਹੀਂ। ਜੇ ਤਾਂ ਉਹ ਕਹਿੰਦੇ ਨੇ ਵੀ MSP ਜਾਂ ਹੋਰ ਜਿਹੜੀਆਂ ਸਾਡੀਆਂ ਮੰਗਾਂ ਨੇ ਪ੍ਰੋਪਰ ਤੌਰ ਤੇ ਵੀ ਕੋਰਟ 'ਚ ਵੀ ਕਿਸਾਨ ਜਾ ਸਕਦਾ, ਹਰ ਇੱਕ ਪਾਸੇ ਜਾ ਸਕਦਾ, ਫਿਰ ਤਾਂ ਮੈਨੂੰ ਲੱਗਦਾ ਇਹ ਰੱਦ ਹੀ ਨੇ। ਫਿਰ ਗਵਰਨਮੈਂਟ ਨੂੰ ਵੀ ਰੱਦ ਕਰਨ 'ਚ ਕੋਈ, ਜਦੋਂ ਉਹ ਇੰਨੀਆਂ ਮੰਗਾਂ ਮੰਨ ਰਹੇ ਨੇ ਤਾਂ ਰੱਦ ਕਰਨ 'ਚ ਪ੍ਰੋਬਲਮ ਕੀ ਹੈ? ਗੱਲ ਈਗੋ ਤੇ ਅੜੀ ਹੋਈ ਆ। ਕਿਸਾਨਾਂ ਦੀ ਅਮਿਤ ਸ਼ਾਹ ਨਾਲ ਮੀਟਿੰਗ ਹੋਈ, ਉਹਦੇ ਵਿੱਚ ਵੀ ਉਹਨਾਂ ਨੇ, ਅਮਿਤ ਸ਼ਾਹ ਨੇ ਇਹ ਗੱਲ ਆਖੀ ਕਿ ਮਠਿਆਈ ਸਾਰੀ ਤੁਸੀਂ ਲੈ ਜਾਓ, ਹੁਣ ਸਾਡੇ ਕੋਲ ਸਿਰਫ ਖਾਲੀ ਡੱਬਾ ਰਹਿ ਜਾਣਾ, ਤੇ ਖਾਲੀ ਡੱਬਾ ਰਹਿਣ ਦਿਓ ਸਾਡੇ ਕੋਲ। ਰੱਦ 'ਚ ਗਵਰਨਮੈਂਟ ਇਸ ਕਰਕੇ ਵੀ ਡਰਦੀ ਹੈ ਵੀ ਜਿਹੜਾ 370 ਲੱਗਿਆ ਹੋਇਆ ਜੰਮੂ 'ਚ NRC ਹੈ, ਵੀ ਉਹ ਲੋਕਾਂ ਨੇ ਖੜੇ ਹੋ ਜਾਣਾ ਵੀ ਜੇ ਤੁਸੀਂ ਉਹਨਾਂ ਦਾ ਰੱਦ ਕਰ ਸਕਦੇ ਹੋ, ਬਗਾਵਤ ਉਧਰੋਂ ਵੀ ਉੱਠਣੀ ਹੈ। ਸੋ ਦੂਜੀ ਗੱਲ ਇਹ ਹੈ, ਪਹਿਲੀ ਇਹ ਹੈ, ਦੂਜੀ ਕਾਰਪੋਰੇਟ ਦਾ ਬਹੁਤ ਵੱਡਾ ਪ੍ਰੈਸ਼ਰ ਹੈ, ਕਿਉਂਕਿ ਕਾਰਪੋਰੇਟ ਨੇ ਆਪਣਾ ਸਿਸਟਮ ਪੰਜਾਬ 'ਚ ਆਲਰੇਡੀ ਫਿੱਟ ਕਰ ਲਿਆ, ਸੈਲੋ ਸੂਲੋ ਲਾ ਲਏ, ਇਨਵੈਸਟਮੈਂਟ ਕਰ ਲਈ, ਉਹ ਪ੍ਰੈਸ਼ਰਾਈਜ਼ ਕਰਦੀ ਹੈ। ਜਿਵੇਂ ਹੁਣ ਮੋਦੀ ਜੀ ਉਹਨਾਂ ਦਾ ਮੁੰਡਾ ਦੇਖਣ ਗਏ ਆ, ਅੰਬਾਨੀਆਂ ਦਾ। ਸੋ ਇੱਥੋਂ ਇੱਕ ਤਸਵੀਰ ਕਲੀਅਰ ਹੁੰਦੀ ਹੈ ਵੀ ਹਾਂ ਇਹ ਰਿਮੋਟ ਕੰਟਰੋਲ ਤੇ ਚੱਲਣ ਵਾਲੀ ਸਰਕਾਰ ਹੈ, ਅੰਬਾਨੀਆਂ ਅਡਾਨੀਆਂ ਦੇ ਹੱਥਾਂ ਦੀ ਕਠਪੁਤਲੀ ਹੈ। ਸੋ ਇਹ ਲੋਕਾਂ ਦਾ, ਸੰਗਤ ਦਾ ਫੈਸਲਾ ਵੀ ਅਸੀਂ ਰੱਦ ਕਰਾ ਕੇ ਜਾਣਾ ਹੈ, ਤਾਂ ਮੈਨੂੰ ਲੱਗਦਾ ਵੀ ਇਹ ਰੱਦ ਕਰਾ ਕੇ ਹੀ ਜਾਣਗੇ। ਮੈਨੂੰ ਲੱਗਦਾ ਭਾਈ ਦਾ ਪਰਸਨਲ ਇਹ ਵਿਊ ਪੁਆਇੰਟ ਹੈ ਕਿ ਜਾਂ ਸੰਗਤ ਦੇ ਕਰਕੇ ਤੁਸੀਂ ਕਹਿ ਰਹੇ ਹੋ? ਮੈਂ ਸੰਗਤ ਦੇ ਨਾਲ ਆ। ਜੇ ਸੰਗਤ ਕਹਿੰਦੀ ਆ ਵੀ ਅਸੀਂ ਰੱਦ ਕਰਾ ਕੇ ਹੀ ਜਾਵਾਂਗੇ ਤਾਂ ਅਸੀਂ ਫਿਰ ਰੱਦ ਕਰਾ ਕੇ ਹੀ ਜਾਵਾਂਗੇ। ਸੋ ਇਹ ਨੇ ਜਸ ਬਾਜਵਾ ਨੇ ਕਿਹਾ ਕਿ ਜਿੱਦਾਂ ਸੰਗਤ ਕਹੂਗੀ ਉਸੇ ਤਰੀਕੇ ਨਾਲ ਹੀ ਅਸੀਂ ਸੰਗਤ ਦੇ ਨਾਲ ਖੜੇ ਆ। ਜੇ ਕਹਿਣਗੇ ਸੰਗਤ ਕੀ ਰੱਦ ਕਰਾਉਣਾ ਤਾਂ ਅਸੀਂ ਰੱਦ ਕਰਵਾ ਕੇ ਜਾਵਾਂਗੇ। ਦੀਪ ਸਿੱਧੂ ਦੇ ਬਿਆਨ ਦੀ ਨਿਖੇਧੀ ਕੀਤੀ ਹੈ ਕਿ ਦੀਪ ਸਿੱਧੂ ਨੂੰ ਇਦਾਂ ਢਹਿੰਦੀ ਕਲਾ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ, ਬਿਆਨ ਦੇਣੇ ਚਾਹੀਦੇ ਆ ਚੜ੍ਹਦੀ ਕਲਾ ਵਾਲੇ, ਕਿਉਂਕਿ ਹੁਣ ਅੰਦੋਲਨ ਪੂਰਾ ਪੀਕ ਤੇ ਉੱਤੇ ਆ, ਤੇ ਜੇਕਰ ਇਹੋ ਜਿਹੇ ਬਿਆਨ ਢਹਿੰਦੀ ਕਲਾ ਵਾਲੇ ਆਉਂਦੇ ਆ ਤਾਂ ਫਿਰ ਕਿਤੇ ਨਾ ਕਿਤੇ ਆਮ ਲੋਕਾਂ ਦਾ ਮਨੋਬਲ ਵੀ ਥੱਲੇ ਡਿੱਗਦਾ ਹੈ। ਕੈਮਰਾਮੈਨ ਵਿੱਕੀ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਸਿੰਘੂ ਬਾਰਡਰ।